फिर तकलीफ दी है। कहते जिस बात का सारे फसाने में जिक्र भी ना था, जिस बात का सारे फसाने में जिक्र भी ना था, वही बात जनाब को नागवार गुजरी है। ਇਹ ਜਿਹਾ ਤਾਂ ਕੁਝ ਨਹੀਂ ਲਿਖਿਆ ਸੀ ਮੈਂ ਟਵੀਟ 'ਚ ਰਾਤ ਨੂੰ, ਜਿਹਨੂੰ ਦੇਖ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਸ਼ਬਦਾਂ ਦੀ ਮਰਿਆਦਾ ਚੋਂ ਬਾਹਰ ਹੋ ਗਏ। ਕੋਈ ਉਹਦੇ ਵਿੱਚ ਤਾਂ ਸਿਰਫ ਮਤਲਬ ਦੀ ਗੱਲ ਲਿਖੀ ਸੀਗੀ ਵੀ ਥੀਏਟਰ ਵਗੈਰਾ ਜਿਹੜੇ ਆ ਡਰਾਮੇ ਨੁਟੰਕੀਆਂ ਵਾਸਤੇ ਹੁੰਦੇ ਆ, ਮਸਲੇ ਪੰਜਾਬ ਦੇ ਹੈ, ਮਸਲਾ ਪੰਜਾਬ ਦੀ ਹੋਂਦ ਦਾ ਹੈ, ਪੰਜਾਬ ਦੇ ਵਜੂਦ ਦਾ ਹੈ, ਪੰਜਾਬ ਦੇ ਪਾਣੀਆਂ ਦਾ ਹੈ। ਸਿੰਪਲ ਜਿਹਾ ਸਵਾਲ ਪਹਿਲੇ ਪੁੱਛਿਆ ਸੀਗਾ ਵੀ ਭਗਵੰਤ ਮਾਨ ਜੀ ਆ ਸਪਸ਼ਟ ਕਰ ਦਿਓ ਕਿਸ ਦਬਾਅ ਦੇ ਹੇਠਾਂ ਆ ਕੇ ਤੁਸੀਂ ਪੰਜਾਬ ਦਾ ਜਿਹੜਾ ਸਟੈਂਡ ਹੈ ਪਾਣੀਆਂ ਨੂੰ ਲੈ ਕੇ, ਸਾਰੀ ਪਾਰਟੀਆਂ ਦਾ, ਇੱਕ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀ ਪਾਰਟੀਆਂ ਦਾ ਸਟੈਂਡ ਹੈ, ਪੰਜਾਬ ਕੋਲ ਕਿਸੇ ਨੂੰ ਲੈਣ ਦੇਣ ਨੂੰ ਕੋਈ ਇੱਕ ਬੂੰਦ ਵੀ ਪਾਣੀ ਸਾਡੇ ਕੋਲ ਫालतू ਹੈ ਨਹੀਂ ਕਿਸੇ ਨੂੰ ਦੇਣ ਵਾਸਤੇ। ਤੁਸੀਂ ਜਾ ਕੇ ਕਿਸ ਵਜ੍ਹਾ ਦੇ ਨਾਲ ਉੱਥੇ ਸੁਪਰੀਮ ਕੋਰਟ ਦੇ ਅੰਦਰ ਇਸ ਗੱਲ ਦੀ ਹਾਮੀ ਭਰੀ ਵੀ ਸਰਵੇ ਕੀਤਾ ਜਾਵੇ, ਤੇ ਕੱਲਾ ਸੁਪਰੀਮ ਕੋਰਟ ਦੇ ਅੰਦਰ ਹੀ ਹਾਮੀ ਨਹੀਂ ਭਰੀ, ਤੁਸੀਂ ਉਸ ਗੱਲ ਦੇ ਉੱਤੇ ਆਪਣੀ ਜਿਹੜੀ ਤੁਹਾਡੀ ਸਾਜ਼ਿਸ਼ ਹੈ, ਉਸ ਸਾਜ਼ਿਸ਼ ਦਾ ਅਗਲਾ ਜਿਹੜਾ ਚੈਪਟਰ ਖੋਲ੍ਹਿਆ, ਉਹ ਤੁਸੀਂ ਖੋਲ੍ਹਿਆ ਜਦੋਂ ਨਵੇਂ ਅਪਾਇੰਟਡ ਤੁਹਾਡੇ ਐਡਵੋਕੇਟ ਜਨਰਲ ਸਾਹਿਬ ਨੇ ਪਹਿਲੀ ਸਟੇਟਮੈਂਟ ਜਿਹੜੀ ਛੱਡੀ ਅਹੁਦਾ ਸੰਭਾਲਣ ਦੇ ਬਾਅਦ ਵੀ ਅਸੀਂ ਗੁਆਂਢੀ ਸੂਬਿਆਂ ਨਾਲ ਬੈਠ ਕੇ ਗੱਲਬਾਤ ਕਰਾਂਗੇ। ਗੱਲਬਾਤ ਕਾਹਦੇ ਤੇ ਕਰੋਗੇ? ਕੋਈ ਗੱਲਬਾਤ ਕਰਨ ਨੂੰ ਥਾਂ ਹੈ ਨਹੀਂ। ਗੱਲਬਾਤ ਸਿੱਧੀ ਸਪਸ਼ਟ ਹੈ, ਸਾਰੀ ਦੁਨੀਆ ਨੂੰ ਇਸ ਗੱਲ ਦਾ ਅਹਿਸਾਸ ਹੈ। ਕੋਠਿਆਂ ਤੇ ਚੜ ਕੇ ਅਸੈਂਬਲੀ ਦੇ ਅੰਦਰ ਯੂਨਾਨੀਮਸ ਰੈਜ਼ੋਲੂਸ਼ਨ ਪਾਸ ਹੋਇਆ ਵੀ ਪੰਜਾਬ ਦੇ ਕੋਲ ਪਾਣੀ ਕਿਸੇ ਨੂੰ ਦੇਣ ਵਾਸਤੇ ਇੱਕ ਬੂੰਦ ਕਤਰਾ ਵੀ ਸਾਡੇ ਕੋਲ ਫालतू ਹੈ ਨਹੀਂ। ਕਿਉਂ ਤੁਸੀਂ ਜਾ ਕੇ ਪੰਜਾਬ ਦਾ ਸਟੈਂਡ ਡਾਇਲਿਊਟ ਕੀਤਾ? ਕਿਉਂ ਤੁਸੀਂ ਅੱਜ ਇਸ ਕਿਸਮ ਦੀਆਂ ਹਰਕਤਾਂ ਜਿਹੜੀਆਂ ਕਰ ਰਹੇ ਹੋ, ਮਰਿਆਦਾ ਚੋਂ ਬਾਹਰ ਹੋ ਕੇ ਜਿਹੜੀਆਂ ਗੱਲਾਂ ਕਰ ਰਹੇ ਹੋ, ਤੁਹਾਡੇ ਆਪ ਦੇ ਸ਼ਖਸੀਅਤ ਨੂੰ, ਕਿਉਂਕਿ ਮੈਨੂੰ ਤੁਹਾਨੂੰ 1.5 ਸਾਲ ਤੋਂ ਬੜਾ ਨਜ਼ਦੀਕੀ ਤੋਂ ਪਾਰਲੀਮੈਂਟ ਦੇ ਅੰਦਰ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਮੈਂ ਸਮਝਦਾ, ਤੇ ਤੁਹਾਡੇ ਤੋਂ ਵੀ ਜ਼ਿਆਦਾ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ, ਮੁੱਖ ਮੰਤਰੀ ਦੀ ਕੁਰਸੀ, ਉਸ ਅਹੁਦੇ ਨੂੰ ਆਹ ਗੱਲ ਸ਼ੋਭਾ ਨਹੀਂ ਦਿੰਦੀ ਜਿਹੜੀ ਭਾਸ਼ਾ ਸ਼ਬਦਾਵਲੀ ਤੁਸੀਂ ਇਸਤੇਮਾਲ ਕਰੀ ਜਾਂਦੇ ਹੋ। ਘੱਟੋ ਘੱਟ ਉਸ ਅਹੁਦੇ ਦਾ ਧਿਆਨ ਜ਼ਰੂਰ ਰੱਖੋ ਜਿਹਦੇ ਉੱਤੇ ਸਰਦਾਰ ਪ੍ਰਤਾਪ ਸਿੰਘ ਕਹਿਰੋਂ, ਕੈਪਟਨ ਅਮਰਿੰਦਰ ਸਿੰਘ ਵਰਗੇ ਲੋਕ ਉੱਥੇ ਬੈਠ ਕੇ ਗਏ ਹੈ ਤੇ ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਵਾਸਤੇ, ਪੰਜਾਬ ਦੀ ਖੁਸ਼ਹਾਲੀ ਵਾਸਤੇ ਹਰ ਸੰਭਵ ਕਦਮ ਚੁੱਕੇ ਹੈ। ਯਾਦ ਕਰੋ, ਮੈਂ ਯਾਦ ਤੁਹਾਡੇ ਰਾਹੀਂ ਭਗਵੰਤ ਮਾਨ ਜੀ ਨੂੰ ਯਾਦ ਕਰਾਉਣਾ ਚਾਹੂੰਗਾ ਤੇ ਉਹਨਾਂ ਦੇ ਰਾਹੀਂ ਪੰਜਾਬ ਦੇ ਰੀਅਲ ਜਿਹੜੇ ਹੈ ਦੀ ਫੈਕਟੋ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਦੇ ਬਿਆਨ ਤੁਹਾਡੇ ਸਾਹਮਣੇ ਰੱਖਣਾ ਚਾਹੂੰਗਾ, ਜਦੋਂ ਉਹਨਾਂ ਨੇ ਕਿਹਾ ਸੀਗਾ ਵੀ ਮੇਰੇ ਕੋਲ ਪੰਜਾਬ ਦੇ ਪਾਣੀਆਂ ਦਾ ਹੱਲ ਹੈਗਾ ਤੇ ਮੈਂ ਜੇ ਮੈਨੂੰ ਪ੍ਰਧਾਨ ਮੰਤਰੀ ਬੁਲਾਣ ਤੇ ਮੈਂ ਉਹ ਇੱਕ ਦਿਨ 'ਚ ਮਸਲਾ ਹੱਲ ਕਰ ਦੂੰਗਾ। ਭਗਵੰਤ ਮਾਨ ਜੀ ਆ ਜਿਹੜੇ ਤੁਸੀਂ ਕਦੇ ਨੋਟੰਕੀ ਵਾਸਤੇ ਥੀਏਟਰ ਬੁੱਕ ਕਰਦੇ ਹੋ, ਕਿਤੇ ਹੋਰ ਕਰਦੇ ਹੋ, ਕਿਤੇ ਆ ਸਾਰਾ ਕੁਝ ਡਰਾਮਾ ਇਸ ਕਰਕੇ ਤਾਂ ਨਹੀਂ ਖੇਡਿਆ ਜਾ ਰਿਹਾ ਵੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜੋ ਸਾਜ਼ਿਸ਼ ਵਾਲੀ ਸਕੀਮ, ਕਿਉਂਕਿ ਅਗਰ ਕੇਜਰੀਵਾਲ ਸਾਹਿਬ ਦੇ ਦਿਮਾਗ ਦੇ ਅੰਦਰ ਕੋਈ ਸਕੀਮ ਪਨਪ ਰਹੀ ਹੈ, ਉਹ ਪੰਜਾਬ ਦੀ ਭਲਾਈ ਵਾਸਤੇ ਨਹੀਂ ਹੋ ਸਕਦੀ। ਕੋਈ ਨਾ ਕੋਈ ਪੰਜਾਬ ਦੇ ਟਾਂਕਾ ਲਾਉਣ ਦੀ ਜਿਹੜੀ ਸਕੀਮ ਹੈ, ਉਹਦਾ ਇੱਕ ਜਿਹੜਾ ਤੁਸੀਂ ਪਹਿਲਾ ਕਦਮ ਸੁਪਰੀਮ ਕੋਰਟ 'ਚ ਚੱਕਿਆ, ਦੂਜਾ ਚੈਪਟਰ ਲਿਖਿਆ ਤੁਹਾਡੇ ਐਡਵੋਕੇਟ ਜਨਰਲ ਸਾਹਿਬ ਨੇ, ਤੇ ਹੁਣ ਜਿਹੜਾ ਤੁਸੀਂ ਕਰ ਰਹੇ ਹੋ ਆ ਉਸ ਸਕੀਮ ਦਾ ਤਾਂ ਕੋਈ ਹਿੱਸਾ ਨਹੀਂ। ਉਹਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਾਉਣ ਦਾ ਸਮਾਂ ਹੈ। ਇੰਗਲਿਸ਼ 'ਚ ਜਿਹੜਾ ਜੋ ਤੁਸੀਂ ਅੱਜ ਕਰ ਰਹੇ ਹੋ ਉਹਨੂੰ ਅਗਰ ਇੰਗਲਿਸ਼ 'ਚ ਰੱਖਿਆ ਜਾਵੇ, ਬਿਕੋਜ਼ ਹੋ ਕੀ ਰਿਹਾ ਅੱਜ ਤੁਸੀਂ ਦੇਖੋ ਤੁਹਾਡੇ ਸਾਹਮਣੇ ਕੀ ਘਟਨਾਵਾਂ ਵਾਪਰ ਰਹੀਆਂ। ਅੱਜ ਗਵਰਨਰ ਸਾਹਿਬ ਦਾ ਬਾਰਡਰ ਤੇ ਦੌਰਾ ਹੈ, ਉੱਥੇ ਜਾ ਕੇ ਡਰੱਗ ਵਾਲਾ ਮਸਲਾ ਚੱਕਿਆ ਜਾਊਗਾ। ਅੰਮ੍ਰਿਤਸਰ ਗਏ ਹੈ, ਨੈਚੁਰਲੀ ਉੱਥੇ ਜਿਹੜੇ ਐਸਐਸਪੀ ਹਟਾਏ ਗਏ ਹੈ ਮਿਸਟਰ ਚਹਿਲ ਨੂੰ, ਤੇ ਉਹਨਾਂ ਦੇ ਐਮਐਲਏ ਦਾ ਜਿਹੜਾ ਮਸਲਾ ਆਣਾ ਵੀ ਦਿਨ ਦਿਹਾੜੇ ਉੱਥੇ ਮਾਈਨਿੰਗ ਚੱਲ ਰਹੀ ਹੈ, ਡਰੱਗ ਦਾ ਮਸਲਾ, ਮਾਈਨਿੰਗ ਦਾ ਮਸਲਾ ਉੱਥੇ ਉੱਠਣਾ ਹੈ।
ਤੁਹਾਡੇ ਬਾਕੀ ਐਮਐਲਏਆਂ ਦੇ ਮਸਲੇ ਡਰੱਗ ਦੇ ਨਾਲ ਰੋਜ਼ ਮੌਤਾਂ ਹੋ ਰਹੀਆਂ, ਉਹਨਾਂ ਨੂੰ ਲੈ ਕੇ ਮਸਲੇ ਉੱਠਣੇ ਹੈ। ਉਸ ਗੱਲ ਤੋਂ ਧਿਆਨ ਭਟਕਾਉਣ ਵਾਸਤੇ ਤੇ ਜਿਹੜੇ ਤੁਹਾਡੇ ਤੋਂ ਜਵਾਬ ਮੰਗੇ ਆ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਉਹਦੇ ਵਾਸਤੇ ਤੁਸੀਂ ਭੱਜਣ ਵਾਸਤੇ, ਐਜ਼ ਇਨ ਇੰਗਲਿਸ਼ ਦੇ ਸੇ, ਇਟ ਇਜ਼ ਬੇਸਿਕਲੀ ਅ ਮੂਵ ਆਫ distraction and deception। ਧਿਆਨ ਭਟਕਾਣਾ ਤੇ ਧੋਖਾ ਦੇਣਾ, ਦੋਨੋਂ ਕੰਮ ਭਗਵੰਤ ਮਾਨ ਜੀ ਆ ਜੋ ਕੁਝ ਕਰ ਰਹੇ ਹੈ। ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨੇ 2022 ਦੇ ਅਸੈਂਬਲੀ ਇਲੈਕਸ਼ਨਾਂ ਦੇ ਅੰਦਰ ਇੱਕ ਫਤਵਾ ਜਾਰੀ ਕੀਤਾ ਸੀਗਾ। ਉਸ ਸਮੇਂ ਦੀਆਂ ਹੁਕਮਰਾਨ ਜਾਂ ਜਿਹੜੀ ਮੇਨ ਸਟ੍ਰੀਮ ਪਾਰਟੀ ਸੀਗੀ, ਉਹਨਾਂ ਦੀ ਕਾਰਵਾਈ, ਉਹਨਾਂ ਦੀ ਪੋਲੀਟੀਕਲ ਵਰਕਿੰਗ ਨੂੰ ਦੇਖ ਕੇ ਲੋਕਾਂ ਨੇ ਫਤਵਾ ਦਿੱਤਾ। ਉਹਨਾਂ ਦਾ ਤਾਂ ਇਮਤਿਹਾਨ ਉਸੇ ਦਿਨ ਹੀ ਖਤਮ ਹੋ ਗਿਆ ਸੀਗਾ। 2/3 ਤੋਂ ਜ਼ਿਆਦਾ ਬਹੁਮਤ ਤੁਹਾਨੂੰ 92 ਸੀਟਾਂ ਦੇ ਕੇ ਜਿਤਾਇਆ ਹੈ। ਅੱਜ ਤੁਸੀਂ ਡਰਾਈਵਿੰਗ ਸੀਟ ਦੇ ਅੰਦਰ ਹੋ। ਯੂ ਆਰ ਦਾ ਚੀਫ ਮਿਨਿਸਟਰ, ਯੂ ਆਰ ਸਿਟਿੰਗ ਇਨ ਦਾ ਚੇਅਰ, ਯੂ ਆਰ ਦਾ ਵਨ ਹੂ ਹੈਜ਼ ਟੂ ਆਨਸਰ। ਅੱਜ ਜਵਾਬ ਤੁਸੀਂ ਦੇਣੇ ਹੈ। ਅੱਜ ਤੁਸੀਂ ਜਵਾਬ ਦੇਣੇ ਆ ਪੰਜਾਬ ਦੇ ਲੋਕਾਂ ਨੂੰ। ਜਿਵੇਂ ਮੈਂ ਲਿਖਿਆ ਵੀ ਸੀ, ਪੰਜਾਬ ਮੰਗਦਾ ਜਵਾਬ। ਪੰਜਾਬ ਦੇ ਲੋਕ ਤੁਹਾਡੇ ਤੋਂ ਜਵਾਬ ਮੰਗਦੇ ਆ ਵੀ ਕਿੱਧਰ ਗਿਆ 50,000 ਕਰੋੜ ਰੁਪਈਆ। ਕਿਉਂ ਤੁਸੀਂ ਸਾਡਾ ਪਾਣੀਆਂ ਦਾ ਸਟੈਂਡ ਉੱਥੇ ਰੋਲ ਕੇ ਆਏ ਹੋ? ਕਿਉਂ ਸਾਡੇ ਤੁਸੀਂ ਆ ਜਿਹੜੀ ਵਿੱਤੀ ਹਾਲਾਤ ਪੰਜਾਬ ਦੀ ਕੰਗਾਲੀ ਦੀ ਤਰਫ ਤੁਸੀਂ ਲੈ ਕੇ ਜਾ ਰਹੇ ਹੋ? ਰੰਗਲਾ ਪੰਜਾਬ ਤਾਂ ਪਤਾ ਨਹੀਂ ਕਦੋਂ ਬਣੂਗਾ। ਕੰਗਲਾ ਪੰਜਾਬ ਬਣਾਉਣ ਵਾਸਤੇ ਜਿਹੜੇ ਤੁਸੀਂ ਕਦਮ ਚੱਕ ਰਹੇ ਹੋ, ਉਹਦੇ ਵਾਸਤੇ ਅੱਜ ਪੰਜਾਬ ਦੇ ਲੋਕ ਤੁਹਾਡੇ ਤੋਂ ਜਵਾਬ ਮੰਗਦੇ ਹੈ। ਯੂ ਆਰ ਇਨ ਦੈਟ ਚੇਅਰ, ਯੂ ਹੈਵ ਟੂ ਆਨਸਰ, ਯੂ ਆਰ ਇਨ ਦੈਟ ਹੌਟ ਸੀਟ। ਉਹਦੇ ਵਾਸਤੇ ਮੈਂ ਸਮਝਦਾ ਭਗਵੰਤ ਮਾਨ ਜੀ ਬਿਹਤਰ ਰਹੂਗਾ ਤੁਸੀਂ ਇਹਦਾ ਜਵਾਬ ਦਿਓ। ਅਸੈਂਬਲੀ ਸੈਸ਼ਨ ਵੀ ਜੇ ਅਗਰ ਤੁਸੀਂ ਬੁਲਾਇਆ ਹੈ, ਦੈਟ ਇਜ਼ ਦਾ ਰਾਈਟ ਫੋਰਮ। ਉੱਥੇ ਬੈਠ ਕੇ ਜਵਾਬ ਦਿਓ ਲੋਕਾਂ ਨੂੰ, ਸਵਾਲ ਪੁੱਛਣ ਦੀ ਬਜਾਏ। ਇਸ ਕਰਕੇ ਇੱਕ ਮੈਂ ਫਿਰ ਬੇਨਤੀ ਕਰੂੰਗਾ, ਭਗਵੰਤ ਮਾਨ ਜੀ, ਮਰਿਆਦਾ 'ਚ ਰਹਿ ਕੇ ਸਾਰੀਆਂ ਗੱਲਾਂ ਚੰਗੀਆਂ ਲੱਗਦੀਆਂ, ਤੇ ਖਾਸ ਤੌਰ ਤੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ, ਉਸ ਕੁਰਸੀ ਦਾ ਤਾਂ ਘੱਟੋ ਘੱਟ ਤੁਸੀਂ ਧਿਆਨ ਰੱਖੋਗੇ, ਇੰਨੀ ਕੁ ਮੈਨੂੰ ਉਮੀਦ ਹੈ। थैंक यू सर। बाद में कर लेंगे, हिंदी का एक बात है जी, कर बाद में सर, बाद में बात कर लेंगे। ਬਿਆਨ ਆਇਆ ਰਾਜਸਥਾਨ ਦੇ ਅੰਦਰ ਕਿ ਪਾਣੀਆਂ ਨੂੰ ਦੇਖੀ ਸਟੇਟਸ ਲੜਦੀਆਂ ਨੇ। ਉਦੋਂ ਸੀਐਮ ਸੀਗੇ, ਉਦੋਂ ਵੀ ਉਹਨਾਂ ਨੇ 1 ਘੰਟੇ ਦੇ ਅੰਦਰ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਸਾਡਾ ਇਹ ਸੌਫਟ ਕਾਰਨਰ ਹੈ ਜਾਂ ਪ੍ਰਧਾਨ ਮੰਤਰੀ ਉਹਨਾਂ ਦਾ ਆਇਆ ਹੈ? देखो, प्रधानमंत्री देश के प्रधानमंत्री है, कल्ले एक पंजाब, हरियाणा, राजस्थान या गुजरात दे नहीं। ਉਹਨਾਂ ਦਾ ਰਿਸਪੌਂਸਿਬਿਲਿਟੀ ਪੂਰੇ ਦੇਸ਼ ਦੇ ਪ੍ਰਤੀ ਹੈ। ਉਹਨਾਂ ਨੇ ਜਿਹੜੀ ਗੱਲ ਆ ਵੀ ਕਹੀ ਸੀ ਵੀ ਸਾਡੇ ਕੋਲ ਨਰਮਦਾ ਦੇ ਅੰਦਰ ਸਪੇਅਰ ਪਾਣੀ ਸੀਗਾ, ਅਸੀਂ ਰਾਜਸਥਾਨ ਨੂੰ ਦੇਤਾ। ਤੇ ਕੱਲ ਅਗਰ ਕਿਸੇ ਉਹਨਾਂ ਨੂੰ ਲੱਗਦਾ ਹੈ ਪ੍ਰਧਾਨ ਮੰਤਰੀ ਜੀ ਨੂੰ ਵੀ ਯਮਨਾ ਦੇ ਵਿੱਚ ਫालतू ਪਾਣੀ ਉਹਨਾਂ ਕੋਲ ਹੈ ਤੇ ਹਰਿਆਣਾ ਨੂੰ ਦੇ ਸਕਦੇ ਆ, ਜਾਂ ਉਧਰੋਂ ਨਰਮਦਾ 'ਚੋਂ ਹੋਰ ਪਾਣੀ ਰਾਜਸਥਾਨ ਨੂੰ ਦੇ ਸਕਦੇ ਆ, ਤੇ ਪੰਜਾਬ ਦੀ ਜਿਹੜੀ ਘਾਟ ਉਹਨੂੰ ਪੂਰਾ ਕਰ ਸਕਦਾ ਤਾਂ ਕਰ ਦੇਣ। ਫੈਕਟ ਰਿਮੇਨਸ, ਪੰਜਾਬ ਕੋਲ ਲੈਣ ਦੇਣ ਨੂੰ ਪਾਣੀ ਹੈ ਨਹੀਂ ਸਾਹਿਬ। ਰਾਜਸਥਾਨ ਨੂੰ ਕਿੱਥੋਂ ਦਿੰਦੇ ਆ, ਹਰਿਆਣਾ ਨੂੰ ਕਿੱਥੋਂ ਦਿੰਦੇ ਆ, ਉਹ ਜਾਣ। ਪੰਜਾਬ ਦੇ ਕੋਲ ਕਿਸੇ ਨੂੰ ਦੇਣ ਨੂੰ ਪਾਣੀ ਹੈ ਨਹੀਂ ਸਾਹਿਬ। बीजेपी का की स्टैंड है? ਤੁਸੀਂ 1 ਨਵੰਬਰ ਨੂੰ ਜਾਓਗੇ ਮੀਟਿੰਗ ਦੇ ਲਈ ਜੇ ਸੱਦਾ ਦਿੰਦੇ ਨੇ, ਜਾਂ ਫਿਰ ਤੁਸੀਂ ਕਹਿੰਦੇ ਹੋ ਕਿ ਜਿਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਸੈਸ਼ਨ ਚੱਲਦਾ ਉੱਥੇ ਹੀ ਕੋਈ ਚੀਜ਼ ਕਰਨਾ? ਤੁਸੀਂ ਮੈਨੂੰ ਕਿਸੇ ਡਰਾਮੇ 'ਚ ਕੰਮ ਕਰਦੇ ਦੇਖਿਆ? ਕੋਈ ਨੌਟੰਕੀ ਜਾਂ ਕੋਈ ਕਮੇਡੀ ਕਰਦੇ ਦੇਖਿਆ? मैं टैगोर थिएटर 'ਚ क्यों जाऊंगा साहब? आई एम नॉट अ थिएटर आर्टिस्ट। मैं कोई कॉमेडी शो अज तक नहीं किया। थिएटर 'ਚ जाके तो कमेडियां होंदियां साहब। ओपन डिबेट काहदी है साहब? डिबेट करो तुसी, उत्थे करो डिबेट ऑन टर्म्स एंड कंडीशन। ਅਸੀਂ कह रहे पहला सानू एक मसला ਤਾਂ ਦੱਸਣ। ਹੀ ਇਜ਼ ਰਨਿੰਗ ਅਵੇ। ਜਿਹੜੀ ਮਸਲਾ ਮੇਨ ਮੁੱਦਾ ਹੈ ਪੰਜਾਬ ਦੀ ਗੱਲ ਜਿਹੜੀ ਹੈ, ਪੰਜਾਬ ਦੇ ਉਹਦੇ ਤੇ ਮੁੱਦੇ ਤੇ ਗੱਲ ਕਰ। ਅਦਰਵਾਈਜ਼ ਫਿਰ ਅਗਰ ਪਾਣੀਆਂ ਦੇ ਮੁੱਦੇ ਦੇ ਉੱਤੇ ਗੱਲ ਰੱਖਣੀ ਹੈ ਭਗਵੰਤ ਮਾਨ ਜੀ ਨੇ, ਫਿਰ ਆਜੋ। ਮੈਂ ਇਨਵਾਈਟ ਕਰਦਾ ਭਗਵੰਤ ਮਾਨ ਜੀ ਨੂੰ, ਆਓ ਉੱਥੇ ਚੱਲੀਏ ਜਿੱਥੇ ਇਸ SYL ਬਣਦਾ ਜਾਂ ਪੰਜਾਬ ਦੇ ਪਾਣੀਆਂ ਦਾ ਇੱਕ ਬੂੰਦ ਹਰਿਆਣਾ 'ਚ ਜਾਂਦਾ ਹੈ, ਤੇ ਉਹਦਾ ਅਸਰ ਕਿੱਥੇ ਪਊਗਾ? ਅਬੋਹਰ ਸਾਡੇ ਹਲਕੇ 'ਚ ਪੈਂਦਾ ਸਾਹਿਬ। ਅਸੀਂ ਟੇਲ ਤੇ ਬੈਠੇ ਹਾਂ।
ਕਹਿੰਦੇ ਨਾ ਚਿੜੀ ਚੋਂਚ ਪਰ ਲੈ ਗਈ ਨਦੀ ਨੇ ਘਟੀ ਔਰ ਨੀਰ, ਅਸੀਂ ਕਹਿੰਦੇ ਨਹੀਂ ਘਟਦਾ ਸਭ, ਨੀਰ ਘਟਦਾ, ਇੱਕ ਚੋਂਚ ਵੀ ਲੈ ਕੇ ਜਾਂਦੇ, ਸਾਡਾ ਘਟਦਾ ਪਾਣੀ। ਜਿਹੜਾ ਪਾਣੀ SYL ਦੇ ਥਰੂ ਜਾਊਗਾ ਉਹ ਇਵੈਂਚੁਅਲੀ ਜਾ ਕੇ ਉਹਦੀ ਮਾਰ ਪਊਗੀ ਅਬੋਹਰ ਇਲਾਕੇ ਦੇ ਅੰਦਰ, ਬੱਲੂਆਣੇ ਇਲਾਕੇ ਦੇ ਅੰਦਰ, ਉੱਥੇ ਜਾ ਕੇ ਵੱਜਣਾ। ਆਓ ਉੱਥੇ ਕਰੀਏ, ਚੱਲੀਏ, ਆਓ ਉੱਥੇ ਚੱਲੀਏ, ਉੱਥੇ ਰੱਖਦੇ ਆ ਸਭ, ਉੱਥੇ ਸਾਰਿਆਂ ਨੂੰ ਨਿਉਤਾ ਵੀ ਦੇ ਲੈਂਦੇ, ਖੁੱਲੀ ਗੱਲ ਕਰਦੇ ਆ। ਅਸੀਂ ਡਿਬੇਟ ਤੋਂ ਨਹੀਂ ਭੱਜਦੇ ਸਾਹਿਬ, ਨੋਟੰਕੀਆਂ ਤੋਂ ਅਸੀਂ ਚਾਲੂ ਹਾਂ ਸਾਹਿਬ, ਕਿਉਂਕਿ ਸਾਨੂੰ ਚੁਟਕਲੇ ਬਣਾਉਣੇ ਨਹੀਂ ਆਉਂਦੇ, ਸਾਨੂੰ ਨੋਟੰਕੀ ਕਰਨੀ ਨਹੀਂ ਆਉਂਦੀ, ਅਸੀਂ ਤੱਥਾਂ ਦੇ ਉੱਤੇ ਗੱਲ ਕਰਦੇ ਹਾਂ। ਤੇ ਸਭ ਤੋਂ ਵੱਡੀ ਗੱਲ ਹੈ, ਜਿਸ ਤਰ੍ਹਾਂ ਜਿਹੜੇ ਲਹੇਜੇ ਜੇ ਗੱਲ ਕੀਤੀ ਉਦੋਂ ਵੀ ਭਗਵੰਤ ਮਾਨ ਜੀ, ਚਲੋ ਉਹਨਾਂ ਦੇ ਅਹੁਦੇ ਦਾ ਕਦਰ ਕਰਦੇ ਹੋ, ਮੈਂ ਨਹੀਂ ਕਿ ਉਹਨਾਂ ਦੇ ਸ਼ਬਦਾਵਲੀ ਜਿਹੜੇ ਉਹਦੇ ਨੇ ਇਸਤੇਮਾਲ ਕੀਤੀ ਸੀ ਵੀ ਆਓ ਕਹਿੰਦਾ ਰੋਜ਼ ਦੀ ਆ ਕਿਚ-ਕਿਚ ਬੰਦ ਕਰੀਏ। ਆ ਤਾਨਾਸ਼ਾਹ ਦਾ ਰਵੱਈਆ ਆ ਜਾਂਦਾ ਸਭ, ਨਸ਼ੇ ਦਾ। ਮੈਂ ਆ ਨਹੀਂ ਕਹਿੰਦਾ ਕਿਹੜੇ ਨਸ਼ੇ, ਮੈਂ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਕਮੈਂਟ ਨਹੀਂ ਕਰਦਾ, ਮੈਂ ਉਸ ਨਸ਼ੇ ਦੀ ਨਹੀਂ ਗੱਲ ਕਰਦਾ, ਮੈਂ ਨਸ਼ੇ ਦੀ ਗੱਲ ਕਰਦਾ ਸੱਤਾ ਦਾ ਨਸ਼ਾ। ਸੱਤਾ ਦੇ ਨਸ਼ੇ ਦੇ ਅੰਦਰ ਜਦੋਂ ਕੋਈ ਆਦਮੀ ਆਪੋਜੀਸ਼ਨ ਦੀ ਗੱਲਾਂ ਨੂੰ ਕਿਚ-ਕਿਚ ਸਮਝਣ ਲੱਗ ਜੇ, ਮੈਂ ਸਮਝਦਾ ਉਹਦੇ ਅੰਦਰ ਤਾਨਾਸ਼ਾਹ ਦਾ ਭੂਤ ਵੜ ਗਿਆ। ਕਿਚ-ਕਿਚ ਨਹੀਂ ਹੁੰਦੀ ਸਾਹਿਬ। ਤੇ ਜਿਹੜੀ ਨੌਨ ਸੀਰੀਅਸਨੈਸ ਤੁਸੀਂ ਦਰਸਾ ਰਹੇ ਹੋ ਵੀ ਮੈਂ ਤਾਂ ਬਿਨਾਂ ਨੋਟਸ ਹੀ ਆ ਜਾਊਂਗਾ, ਮੈਂ ਤਾਂ ਤਿਆਰ ਹੀ ਹਾਂ, ਆਹ ਸਭ ਕੋਈ ਸਕ੍ਰਿਪਟ ਤਾਂ ਹੈ ਨਹੀਂ ਜਿਹੜੀ ਤੁਸੀਂ ਜਾ ਕੇ ਕਰਕੇ ਆ ਰਹੇ ਹੋ। ਤੱਥ ਹੈ, ਮੁੱਦੇ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਆ ਕੇ ਗੱਲ ਕਰਨੀ ਹੈ, ਉਹਨਾਂ ਦੀ ਗੱਲ ਕਰੋ, ਲੋਕਾਂ ਨੂੰ ਭਟਕਾਓ ਨਾ। ਦੈਟਸ ਵਾਈ ਆਈ ਸੈਡ ਆ ਸਿਰਫ ਤੇ ਸਿਰਫ ਇਟ ਇਜ਼ ਡਿਸਟਰੈਕਸ਼ਨ ਐਂਡ ਡਿਸੈਪਸ਼ਨ being played out by this thing। ਇਹ ਸਾਰਾ ਧਿਆਨ ਭਟਕਾ ਕੇ ਅੱਜ ਦੇ ਦਿਨ, ਕਿਉਂਕਿ ਸੇਕ ਆ ਰਿਹਾ ਇਹਨਾਂ ਨੂੰ, ਕੋਈ ਸਵਾਲ ਸੰਜੇ ਸਿੰਘ ਦੀ, ਉਹਨਾਂ ਦੀ ਇੱਥੇ ਕੋਈ ਪੰਜਾਬ ਦੇ ਨਾਲ ਕੋਈ ਕੜੀ ਜੁੜਦੀ ਹੈ ਕਿ ਨਹੀਂ ਜੁੜਦੀ ਹੈ, ਉਹ ਜਿਹੜਾ ਐਕਸਾਈਜ਼ ਘੁਟਾਲਾ ਇੱਥੇ ਆ ਕੇ ਕਿਹਦੇ ਤੇ ਡਿੱਗੂਗਾ, ਕਿਹੜੇ ਜਿਹੜੇ ਲੋਕ ਕਹਿੰਦੇ ਸੀ ਅਸੀਂ ਤਾਂ ਘਰ ਹੀ ਨਹੀਂ ਬਣਾਉਣਾ, ਅੱਜ ਕੋਰਟਾਂ 'ਚ ਤੁਰੇ ਫਿਰਦੇ ਆ ਵੀ ਸਾਡਾ ਮਕਾਨ ਸਾਡੇ ਤੋਂ ਖੋਈ ਜਾਂਦੇ ਆ, ਸਾਡੀ ਅਲੋਟਮੈਂਟ ਜਿਹੜੀ ਹੈ MPਆਂ ਦੀ ਉਹ ਸਾਡੇ ਤੋਂ ਲਈ ਜਾਂਦੇ ਆ, ਇੱਥੇ ਨਸ਼ੇ ਦਾ, ਕਰਜ਼ੇ ਦਾ, ਸਾਰਾ ਮਸਲੇ ਪੰਜਾਬ ਦੇ, ਉਹਨਾਂ ਤੋਂ ਧਿਆਨ ਭਟਕਾਉਣ ਵਾਸਤੇ ਇੱਕ ਨੋਟੰਕੀ ਆ ਚਾਲੂ ਕੀਤੀ ਹੈ ਜੋ ਮੁੱਖ ਮੰਤਰੀ ਦੇ ਪਦ ਨੂੰ ਸ਼ੋਭਾ ਨਹੀਂ ਦਿੰਦਾ। ਮੈਂ ਕਹਿ ਰਿਹਾ ਜੀ ਉੱਥੇ ਆ ਜਾਓ, ਅਬੋਹਰ ਆ ਜਾਓ, ਜਿੱਥੇ ਪਾਣੀ ਦੀ ਚੋਟ ਵੱਜਣੀ ਹੈ ਸਾਹਿਬ। SYL ਦਾ ਪਾਣੀ ਅਗਰ ਘਟੂਗਾ, ਪੰਜਾਬ ਦੇ ਪਾਣੀਆਂ 'ਚੋਂ ਘਟਣਾ ਸਾਹਿਬ। ਪਾਣੀ ਤਾਂ ਸਾਡੇ ਕੋਲ ਉਹਨਾਂ ਹੀ ਲਿਮਿਟਿਡ ਹੈ, ਉਹ ਪਾਣੀ ਅਗਰ ਉਹਨਾਂ ਨੂੰ ਦੇ ਦਿੰਦੇ ਹੋ ਤੁਸੀਂ, ਕਿਹਦੇ ਖਾਤੇ 'ਚੋਂ ਜਾਊਗਾ ਜਿਹੜਾ ਟੇਲ ਤੇ ਬੈਠਾ ਹੈ? ਸਾਨੂੰ ਤਾਂ ਵੈਸੇ ਅੱਜ ਪਾਣੀ ਨਹੀਂ ਆ ਰਿਹਾ, ਤੇ ਜੇ ਉੱਥੇ ਜੇ ਟੇਲ ਤੇ ਜੇ ਆ ਹਾਲ ਹੋਣਗੇ ਤਾਂ ਘਟੂਗਾ ਤਾਂ ਪਾਣੀ ਸਾਡਾ ਹੀ ਜਾਣਾ। ਇਸ ਕਰਕੇ ਮੈਂ ਉੱਥੇ ਚੱਲੀ ਆਓ, ਉੱਥੇ ਕਰਦੇ ਆ ਅਬੋਹਰ ਦੇ ਵਿੱਚ, ਸਟੇਡੀਅਮ 'ਚ ਬਾਹਰ ਲਾ ਲਾਂਗੇ। ਤੇ ਜਿਵੇਂ ਬਾਕੀ ਸਾਥੀਆਂ ਨੇ, ਕਈਆਂ ਨੇ ਕੰਡੀਸ਼ਨ ਤੁਸੀਂ ਰੱਖੀ, ਕਾਂਗਰਸ ਦੇ ਸਾਥੀਆਂ ਨੇ ਕਿਹਾ ਵੀ ਉੱਥੇ ਕੋਈ ਸੁਪਰੀਮ ਕੋਰਟ ਦਾ ਜੱਜ, ਹਾਈ ਕੋਰਟ ਦਾ ਜੱਜ, ਕੋਈ ਵੀ ਇੱਕ ਸਮਝਦਾਰ ਸੁਲਝਿਆ ਇਨਸਾਨ ਜਿਹਦੇ ਉੱਤੇ ਸਾਰਿਆਂ ਦਾ ਜੀ ਟਿਕਦਾ ਹੋਵੇ ਵੀ ਆਹ ਪੱਖਪਾਤ ਨਹੀਂ ਕਰੂਗਾ, ਉਹਨੂੰ ਉੱਥੇ ਮੋਡਰੇਟਰ ਲਾ ਲੈ, ਸਾਰੇ ਆਪਣੀ ਆਪਣੀ ਗੱਲ ਰੱਖਣ। ਭਗਵੰਤ ਮਾਨ ਜੀ ਵੀ ਆ ਜਾਣ, ਪਤਾ ਲੱਗ ਜੂਗਾ ਵੀ ਪਾਣੀ ਕੀ ਹੁੰਦਾ। ਹਾਂਜੀ, ਸਭ ਹੋ ਸਕਦਾ, ਕੋਈ ਨਾ ਕੋਈ ਕਾਮੇਡੀ ਸ਼ੋਅ ਕਰ ਰਹੇ ਹੋ। ਮੈਂ ਤਾਂ ਇਨਵਾਈਟ ਕਰ ਰਿਹਾ ਸਾਹਿਬ, ਅਗਰ ਉਹਨਾਂ ਨੂੰ ਲੋਕੇਸ਼ਨ ਦੀ ਗੱਲ ਹੈ ਨਾ, ਹਾਊ ਕਮ ਹੀ ਕੈਨ ਡਿਸਾਈਡ, ਹੀ ਇਜ਼ ਅ ਪਾਰਟੀ ਐਜ਼ ਮਚ ਐਜ਼ ਅ ਪਾਰਟੀ ਐਜ਼ ਐਨੀਬਡੀ ਐਲਸ। ਜਦੋਂ ਮੈਂ ਤੁਹਾਨੂੰ ਦੱਸਾਂ, ਇੱਕ ਮਿੰਟ ਹੋਰ ਹੀ ਗੱਲ ਕਰਨਾ। ਕੁਝ ਦਿਨ ਪਹਿਲਾਂ ਇਹ ਜੀ ਇੱਕ ਮੀਟਿੰਗ ਕਿਸਾਨ ਸਾਥੀਆਂ ਨੇ ਬੁਲਾਈ ਸੀਗੀ, ਮੇਰੇ ਕੋਲ ਵੀ ਆਏ, ਬੜਾ ਮਾਣ ਸਤਿਕਾਰ, ਮੈਂ ਪਹਿਲਾਂ ਵੀ ਜਦੋਂ ਉਹਨਾਂ ਨੇ ਕੀਤੀ ਸੀ ਪਹਿਲਾਂ ਵੀ ਗਏ ਸੀ, ਐਤਕੀ ਮੇਰਾ ਜਵਾਬ ਉਹਨਾਂ ਨੂੰ ਬੜਾ ਸਤਿਕਾਰ ਨਾਲ ਮੈਂ ਕਿਹਾ ਜੀ ਜਿਹੜੇ ਤੁਹਾਡੇ ਮੁੱਦੇ ਹੈ, ਮੈਂ ਬਿਲਕੁਲ ਕਿਸਾਨ, ਅਸੀਂ ਆਪ ਪਹਿਲੇ ਕਿਸਾਨ ਹੈ, ਬਾਕੀ ਰਾਜਨੀਤਿਕ ਬਾਤ 'ਚ ਹਾਂ, ਪਰ ਮੈਂ ਕਿਹਾ ਜੀ ਅੱਜ ਜਿਹੜਾ ਤੁਸੀਂ ਮੈਨੂੰ ਸੱਦਾ ਦੇਣ ਆਏ ਹੋ, ਉਹਦਾ ਅਧਿਕਾਰ ਤੁਸੀਂ ਉਸ ਦਿਨ ਗਵਾਤਾ ਸੀਗਾ ਜਿਸ ਦਿਨ ਤੁਸੀਂ ਰਾਜਨੀਤਿਕ ਚੋਲਾ ਪਾ ਲਿਆ ਸਰ। ਯੂ ਆਰ ਐਜ਼ ਮਚ ਅ ਪਾਰਟੀ ਟੂ ਦਿਸ, ਚਾਹੇ ਬਾਅਦ 'ਚ ਉਹਨਾਂ ਨੇ ਜੋ ਕੁਝ ਉਹਨਾਂ ਦਾ ਸੀਗਾ ਵੀ ਨਹੀਂ ਮੈਂ ਤਾਂ ਮੇਰੀ ਮਰਜ਼ੀ ਤੋਂ ਖਿਲਾਫ, ਉਹ ਸਾਰੀਆਂ ਗੱਲਾਂ ਬਾਅਦ ਦੀਆਂ। ਸੋ ਅੱਜ ਦੇ ਦਿਨ ਇਸ ਸਾਰੇ ਮਸਲੇ ਦੇ ਅੰਦਰ ਭਗਵੰਤ ਮਾਨ ਜੀ ਤਾਂ ਅਕਿਊਜ਼ਡ ਹੈ, ਹੀ ਕੈਨ ਨਾਟ ਡਿਕਟੇਟ ਦਾ ਟਰਮਸ। ਕੋਈ ਤੀਜੀ ਨਿਊਟਰਲ ਧਿਰ ਸਾਨੂੰ ਬੁਲਾ ਕੇ ਬੈਠ ਕੇ ਵੀ ਇੱਥੇ ਬੈਠ ਕੇ ਆਪਾਂ ਗੱਲ ਕਰੀਏ, ਅਬੋਹਰ ਤੋਂ ਵੱਡੀ ਨਿਊਟਰਲ ਭੂਮੀ ਪੰਜਾਬ ਪਾਣੀ ਵਾਲੇ ਵਾਸਤੇ ਕੋਈ ਹੋ ਹੀ ਨਹੀਂ ਸਕਦੀ ਸਰ। ਲੋਕੇਸ਼ਨ ਦੀ ਗੱਲ ਹੈਗੀ ਹੈ, ਤੁਹਾਡੇ ਲੀਡਰ ਹੈਗੇ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਵੀ ਜਿਹੜੀ ਡਿਮਾਂਡ ਕੀਤੀ, 2 ਲੋਕੇਸ਼ਨਾਂ ਉਹਨਾਂ ਨੇ ਦਿੱਤੀਆਂ, ਇੱਕ PGI ਦਾ ਆਡੀਟੋਰੀਅਮ ਦਿੱਤਾ ਤੇ ਇੱਕ ਦੂਸਰਾ ਟੈਗੋਰ ਥੀਏਟਰ ਦਿੱਤਾ ਸੀਗਾ, ਤਾਂ ਉਸੇ ਤੇ ਹੁਣ ਸਾਹਿਬ ਮੈਂ ਟੈਗੋਰ ਥੀਏਟਰ ਦੇ ਤਾਂ ਬਿਲਕੁਲ ਜਿਹੜਾ ਇਹਨਾਂ ਦੀ ਹੀ ਹੈਜ਼ ਨੋ ਰਾਈਟ ਦੈਟ ਭਗਵੰਤ ਮਾਨ ਜੀ ਟੂ ਡਿਕਟੇਟ ਦਾ ਟਰਮਸ ਆਫ ਡਿਬੇਟ, ਤੇ ਉਹ ਉਹਨਾਂ ਦੇ ਹਿਸਾਬ ਨਾਲ ਚੱਲੇ, ਉਹ ਤਾਂ ਡਿਬੇਟ ਹੋ ਨਹੀਂ ਸਕਦੀ। ਇਟ ਹੈਜ਼ ਟੂ ਬੀ ਅ ਫੇਅਰ ਪਲੇਇੰਗ ਗਰਾਊਂਡ ਸਾਰਿਆਂ ਵਾਸਤੇ ਹੋਏ। ਮੈਂ ਸਮਝਦਾ ਉਹ ਲੋਕਾਂ ਨੂੰ ਵੀ ਪਾਰਟਿਸਿਪੇਟ ਕਰਨ ਦਿਓ, ਅਬੋਹਰ ਵਾਲੇ ਲੋਕਾਂ ਨੂੰ ਪਤਾ ਲੱਗੇ ਵੀ ਇਹ ਵੱਜਣੀ ਤਾਂ ਤੁਹਾਡੇ ਤੇ ਹੈ। ਵਰਲਡ ਵਾਰ ਜਦੋਂ
हाँ जी, वेन्यू एंड हु इज गोइंग टू मॉडरेट सर, बिल्कुल सर, दैट्स अगेन गल ਉਹੀ ਆ ਗਈ ਨਾ, ਡਿਸਟਰੈਕਸ਼ਨ ਤਾਂ ਉੱਥੇ ਆ ਗਈ ਸਰ। ਹੁਣ ਵੈਨਿਊ ਤੇ ਉਹਦੇ ਤੇ ਲੜੀ ਜਾਂਦੇ, ਮਸਲਾ ਤਾਂ ਆਇਆ ਵੀ ਤੁਸੀਂ ਜਵਾਬ ਦੇਣਾ ਪਹਿਲਾਂ 21 ਤਰੀਕ ਨੂੰ ਜਾਂ 20 ਤਰੀਕ ਨੂੰ ਵਿਧਾਨ ਸਭਾ 'ਚ ਦੇ ਦੇਣ ਵੀ ਮੈਂ ਸਟੈਂਡ ਕਿਉਂ ਡਾਇਲੂਟ ਕੀਤਾ, ਜਵਾਬ ਮੰਗੀ ਜਾਂਦੇ ਉਹਨਾਂ ਤੋਂ ਅਸੀਂ। ਉਹਦੇ ਬਾਅਦ ਅਗਰ ਹੋਇਆ ਤਾਂ ਬੈਠ ਕੇ ਗੱਲ ਵੀ ਕਰ ਲਾਂਗੇ। ਐਗਰੀਕਲਚਰ ਯੂਨੀਵਰਸਿਟੀ 'ਚ ਰੱਖ ਲੈਣ, ਐਗਰੀਕਲਚਰ ਯੂਨੀਵਰਸਿਟੀ 'ਚ ਰੱਖ ਲੈਣ ਸਰ। ਦੇਖੋ ਹਾਂ, ਤੁਹਾਨੂੰ ਦੇਖੋ ਤੁਸੀਂ ਤੁਹਾਡੀ ਫਰਟਰਨਿਟੀ ਹੈ, ਤੁਸੀਂ ਦੱਸੋ ਕਿਸ ਕਿਸਮ ਦਾ ਮੀਡੀਆ ਹੋਊਗਾ ਕਿ ਨਹੀਂ ਹੋਊਗਾ, ਬਟ ਪਬਲਿਕ ਡੋਮੇਨ 'ਚ ਹੋਣਾ ਚਾਹੀਦਾ। ਅਬੋਰ ਕਰ ਲੈਣ, ਨਹੀਂ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ 'ਚ ਕਰ ਲੈਣ ਸਰ। ਜੀ ਦੇਖੋ ਪਹਿਲਾਂ ਆਪ ਦਾ ਤਾਂ ਬਚਾ ਲਈਏ ਸਭ, ਅਗਲੇ ਰੋਕਣ ਦੀ ਵੀ ਗੱਲ ਹੋਊਗੀ, ਕਿਤੇ ਉਹਦੀ ਵੀ ਗੱਲ ਹੋਊਗੀ। ਇਹਦਾ ਮਤਲਬ ਆ ਨਹੀਂ ਵੀ ਆਪਣਾ ਕਰਦੇ ਕਰਦੇ ਆਪਾਂ, ਤੁਸੀਂ ਕਹਿੰਦੇ ਸੱਸਿਆ ਮਾਸ ਖਾਇਆ ਕਰ, ਕਹਿੰਦਾ ਮੇਰਾ ਆਪ ਦਾ ਬਚਿਆ ਰਹੇ ਕਿ ਇਹਨੂੰ ਚੱਕ ਵੱਢਦਾ ਮੈਂ। ਤੋ ਪੋਜੀਸ਼ਨ ਜਿਹੜੀ ਹੈ ਆ ਹੈ ਅੱਜ ਦੇ ਦਿਨ ਆਪਣਾ ਸੰਭਾਲੀਏ। ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗੀ ਵੀ ਸਰਕਾਰ ਜਾ ਕੇ ਉੱਥੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਕਹਿ ਰਹੀ ਹੈ ਵੀ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਤੁਸੀਂ ਉਹਨਾਂ ਦੇ ਕਢਾ ਕੇ ਦੇਖ ਲਓ ਜਿਹੜੀ ਉੱਥੇ ਉਹਨਾਂ ਦੇ ਲਾਇਰ ਦੀ ਸਟੇਟਮੈਂਟ ਹੈ, ਉਹਨਾਂ ਨੇ ਕਿਤੇ ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾਂ ਅਪੋਜ਼ ਨਹੀਂ ਕੀਤਾ ਵੀ ਸਰਵੇ ਟੀਮ ਨਾ ਭੇਜੀ ਜਾਵੇ ਉੱਥੇ। ਕਹਿੰਦੇ ਹਾਂਜੀ ਭੇਜ ਦਿਓ। ਬੜਾ ਸਿੰਪਲ ਜੀ ਗੱਲ ਸੀ ਵੀ ਨਾ ਤਾਂ ਉੱਥੇ ਹੁਣ ਨਹਿਰ ਹੈ ਨਾ ਉੱਥੇ ਜ਼ਮੀਨ ਹੈ, ਜ਼ਮੀਨ ਲੋਕਾਂ ਨੂੰ ਵਾਪਸ ਕਰਤੀ, ਫਿਰ ਕਿਉਂ ਨਹੀਂ ਉਹਨਾਂ ਨੇ ਅਪੋਜ਼ ਕੀਤਾ। ਦੈਟ ਮੀਨਸ ਕੋਈ ਨਾ ਕੋਈ ਸਾਂਠ ਗਾਂਠ ਹੈ। ਉਹ ਪਹਿਲਾਂ ਆਪਣਾ ਜਵਾਬ ਦੇ ਦੇਣ, ਅਸੀਂ ਤਾਂ ਡਿਬੇਟ ਕਰਨ ਨੂੰ ਹਰ ਟਾਈਮ ਤਿਆਰ ਹਾਂ, ਮੁੱਦਿਆਂ ਦੇ ਨਾਲ ਕਰਾਂਗੇ। ਜਾਖੜ ਸਾਹਿਬ ਅੱਜ ਜਿਹੜਾ ਸੀਐਮ ਸਾਹਿਬ ਨੇ ਟਵੀਟ ਕੀਤਾ ਹੈ ਉਹਦੇ ਪਰ ਤੁਹਾਡੇ ਉੱਪਰ ਪਰਸਨਲੀ ਅਟੈਕ ਹੈ ਕਿ ਬਲਰਾਮ ਜਾਖੜ ਵੀ ਉੱਥੇ ਹੀ ਸੀਗੇ ਜਦੋਂ ਟੱਕ ਲੱਗਿਆ ਸੀ। ਦੇਖੋ ਮੈਂ ਸਾਰੇ ਰਿਕਾਰਡ ਖੰਗਾਲੇ, ਕਿਉਂਕਿ ਮੈਂ ਉਹਨਾਂ ਵਾਂਗੂ ਬਿਨਾਂ, ਉਹ ਤਾਂ ਸ਼ਾਇਦ ਉਹਨਾਂ ਨੂੰ ਪੂਰਾ ਇਤਿਹਾਸ ਪਤਾ ਹੋਵੇ ਪੰਜਾਬ ਦਾ ਤੇ ਹਿੰਦੁਸਤਾਨ ਦਾ ਜਾਂ ਵਰਲਡ ਦਾ ਸਾਰਾ ਇਤਿਹਾਸ ਭਗਵੰਤ ਮਾਨ ਜੀ ਨੂੰ। ਆਈ ਹੈਵ ਨੈਵਰ ਫਾਊਂਡ ਐਨੀਵੇਅਰ ਐਨੀ ਮੈਂਸ਼ਨ। ਜਦੋਂ 82 ਦੀ ਗੱਲ ਕਰ ਰਹੇ ਹੈ, ਮੇਰੇ ਪਿਤਾ ਚੌਧਰੀ ਬਲਰਾਮ ਜਾਖੜ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਸੀਗੇ, ਹੀ ਵਾਸ ਸਪੀਕਰ ਆਫ ਦ ਲੋਕ ਸਭਾ। I think by virtue of that, he was not supposed to be part of any political function. Secondly, ਜਿੰਨੇ ਕੁ ਅਖਬਾਰ ਮੈਂ ਫਰੋਲੇ ਆ ਉਸ ਤਰੀਕ ਦੇ 8 ਅਪ੍ਰੈਲ ਦਾ 1982 ਦਾ ਹੈ ਤੇ 9 ਅਪ੍ਰੈਲ ਦੇ ਜਿਹੜੇ ਅਖਬਾਰ ਹੈ ਜਿਨ੍ਹਾਂ ਕੋਲ ਡਿਜੀਟਾਈਜ਼ਡ ਜਾਂ ਜਿਨ੍ਹਾਂ ਕੋਲ ਕਾਪੀਜ਼ ਪਈ ਹੈ ਜਿਹੜੀ ਮੈਂ ਸਵੇਰ ਤੋਂ ਕੱਢ ਸਕਿਆ, ਉਹਦੇ ਵਿੱਚ ਕਿਤੇ ਮੈਂਸ਼ਨ ਹੈ ਨਹੀਂ। ਉਹਦੇ ਵਿੱਚ ਚੌਧਰੀ ਭਜਨ ਲਾਲ ਦਾ, ਸਰਦਾਰ ਦਰਬਾਰਾ ਸਿੰਘ ਜੀ ਦਾ, ਚੌਧਰੀ ਬੰਸੀ ਲਾਲ ਜੀ ਦਾ, ਉਹਨਾਂ ਦੇ ਨਾਲ ਉਸ ਸਮੇਂ ਦੇ ਇਰੀਗੇਸ਼ਨ ਮਿਨਿਸਟਰ ਸੈਂਟਰ ਦੇ, ਤੇ ਦੋ ਜਿਹੜੇ ਡਿਪਟੀ ਮਿਨਿਸਟਰ ਆਫ ਸਟੇਟ ਸੀਗੇ ਸਰਦਾਰ ਬੂਟਾ ਸਿੰਘ ਜੀ ਤੇ ਚੌਧਰੀ ਦਲਬੀਰ ਸਿੰਘ ਜੀ, ਇਹਨਾਂ ਦੇ ਨਾਂ ਹੈ। ਹਿਜ਼ ਨੇਮ ਡਜ਼ ਨਾਟ ਅਪੀਅਰ ਔਰ ਐਨੀਵੇ ਦੈਟ ਇਜ਼ ਅ ਫੈਕਟ। ਬਾਕੀ ਜਿੱਥੇ ਤਾਈਂ ਗੱਲ ਹੈ, ਮੈਂ ਨਹੀਂ ਸਮਝਦਾ ਚੌਧਰੀ ਬਲਰਾਮ ਜਾਖੜ ਦੀ ਸਫਾਈ ਦੇਣ ਵਾਸਤੇ ਸੁਨੀਲ ਕੋਈ ਜ਼ਰੂਰਤ ਹੈ, ਨਾ ਹੀ ਭਗਵੰਤ ਮਾਨ ਜੀ ਇਸ ਪੋਜੀਸ਼ਨ 'ਚ ਹੈ ਵੀ ਉਹਨਾਂ ਨੂੰ ਕੋਈ ਸਵਾਲ ਜਵਾਬ ਕਰ ਸਕਣ। देखिए भगवंत मान जी मर्यादा में भाषा की, अपनी जुबान की और अपने पद के गरिमा को ध्यान में रख के बात करें तो बेहतर होगा, क्योंकि ये ना तो उनके किरदार के साथ मैच करता जिस किस्म की भाषा उन्होंने इस्तेमाल की है, और ना ही उनकी जिस पद पे बैठे हैं उसकी गरिमा को शोभा देता जिस किस्म की है। जहां तक तथ्यों की बात है, मैं समझता हूं जहां तक एक तस्वीर की बात उन्होंने की है, एक फोटो की जहां पे बात की है, मुझे लगता है कि इसमें इतनी सच्चाई है जितना कि BMW का प्लांट यहां पे लगना था, या इसमें इतनी सच्चाई है जितना उन्होंने कहा था कि वो भगोड़ा जो वहां पे अमेरिका में है, गोल्डी बराड, उसको हमने गिरफ्तार कर लिया, गोल्डी बराड को हमने गिरफ्तार कर लिया। किस समय कैसे उन्होंने देखी है, मैं उनके निजी जीवन के ऊपर मैं उस लेवल पे नहीं जाऊंगा, तो मैं नहीं समझता इनकी बात को कोई तूल दिया जाना चाहिए। जहां तक बात उस समय की है, बिल्कुल उस समय चौधरी बलराम जाखड़ भी कांग्रेस में थे, सुनील भी कांग्रेस में था। अगर उस समय कोई फैसला लिया गया SYL नहर को बनाने का, उस समय की पानियों की स्थिति को देख के लिया गया। उस समय जो पानी के थे, आज भी सबसे बड़ा, जब सुप्रीम कोर्ट में केस इससे पहले लड़ा गया, उसमें कहा गया था आज की प्रेजेंट सिचुएशन का आकलन किया जाए कि आज पानी कितना है।
जब ये बंटवारा हुआ उस समय पानी कितना था, 17 से ज़्यादा मिलियन एकड़ फीट पानी था, परंतु आज वो घट गया। उस समय जो समझौता किया गया सही था, गलत था, अगर उसमें कोई गलतियां हुई हैं तो उसका निपटारा भी उस समय, अगर कैप्टन अमरिंदर सिंह की जिस तस्वीर की बात ये कर रहे हैं, तो कैप्टन अमरिंदर सिंह जी ने 2004 के अंदर टर्मिनेशन ऑफ वाटर एग्रीमेंट करके उस सारे मसले को जड़ से खत्म कर दिया था। आज भगवंत मान जी और उनकी सरकार के द्वारा गड़े हुए मुर्दे फिर उखाड़े गए हैं। एक अपने निजी स्वार्थ के लिए, हरियाणा में अपनी पार्टी के पैर लगवाने के लिए और अपने राजनीतिक मंतव्य को पूरा करने के लिए उन्होंने पंजाब का टाइम टेस्टेड जो स्टैंड है, हमारे पास पानी देने के लिए नहीं है, पंजाब आज एक डेफिसिट सूबा बन गया है पानी को लेके, इस बात को, स्टैंड को डाइल्यूट इन्होंने किया है। आज जवाब भगवंत मान जी दें। ये इस किस्म का भटकाने के जो प्रयास किया जा रहा है, लोगों को धोखा देने का प्रयास किया जा रहा है, ये गैर जरूरी जो डिबेट चालू की है, पंजाब के करंट मुद्दा आज सबसे बड़ा, पंजाब की लाइफ लाइन है पानी जो है, उसके साथ जो खिलवाड़ हुआ है उसके ऊपर जवाब भगवंत मान जी को देना। शगुफा इज द राइट वर्ड जी, बिकॉज मैं फिर दोहराऊंगा, थिएटर के अंदर जाके नौटंकी होती है, ड्रामे होते हैं, थिएटर में डिबेट नहीं होती। अगर वहां पे इस मसले से, क्योंकि अगर अबोर में किया जाता है, उस टेल एंड का, अबोर बलुआने इलाके की मैं बात करता हूं, फाजिल का, वो टेल एंड पे बैठा है, वहां पे पानी की हमेशा से दिक्कत रही है, आज भी है। एक बूंद भी पानी अगर पंजाब का हरियाणा को या किसी दूसरे सूबे को दिया जाता है आज, तो उसके सीधा सीधा असर उस एरिया पे पड़ेगा। तो या तो डिबेट वहां पे हो, और अगर इंटेलेक्चुअल साइंटिस्ट जो एग्री साइंटिस्ट हैं, जिन्होंने पानी का मुद्दा समझते हैं, इसकी गंभीरता को समझते हैं, वो पंजाब की एग्रीकल्चर यूनिवर्सिटी है लुधियाना, वहां पे बैठ के, वहां पे वो इंजीनियर्स, एग्री इंजीनियर्स या वहां की फैकल्टी जो है वो बैठ के मॉडरेट करें। पंजाब बड़ा भाई है, अगर आपसे विवाद हो भाइयों में तब वो आपके मसले को सुलझाना चाहिए, प्रधानमंत्री पहल क्यों नहीं कर रहे हैं? मैं कह रहा हूं कि प्रधानमंत्री जी अगर यमुना में से या कहीं और से पानी का प्रबंध कर सकते हैं तो बिल्कुल उनकी जिम्मेवारी भी बनती है देश के प्रति। मैंने कहा प्रधानमंत्री अकेले पंजाब के या हरियाणा के या किसी एक सूबे के प्रधानमंत्री नहीं है, देश के प्रधानमंत्री है। उनका दायित्व है कि ऐसे मसलों को सुलझाएं, परंतु ये भी एक स्पष्ट बात है, ये एक हकीकत है कि पंजाब के पास देने के लिए पानी नहीं है। हम तो खुद पानी की तलाश में भटक रहे हैं, तो हमारे से पानी काहे की उम्मीद कर सकता है हरियाणा हमसे? देखिए, रिजॉल्व उनकी मंशा पे डिपेंड करता है। आज जवाब तो उन्होंने देने, वो जवाब मांग रहे हैं, जवाब मांगने के बजाय भगवंत मान जी को अपना स्टैंड स्पष्ट करना पड़ेगा कि क्यों उन्होंने जाके सुप्रीम कोर्ट के अंदर पंजाब का जो स्टैंड है उसको डाइल्यूट किया, क्यों उनके एडवोकेट जनरल जो नए लगे हैं उन्होंने बातचीत की बात सबसे पहल की, ना कि अपने मुद्दों को सुलझाने की, कानून के तौर पे लड़ाई लड़ने की बात करते, बातचीत के जरिए। बातचीत तो आप देन यू आर ओपन टू नेगोशिएशन, देयर इज नथिंग टू नेगोशिएट नाउ। हमारे पास देने के लिए कुछ नहीं, हम कहा क्या नेगोशिएट करें? मैं समझता हूं ये सारे मुद्दे फिर से प्रखर होंगे साहब। उसी बात के लिए 3 दिन अब आप यही चलते रहेगा कि भगवंत मान जी ने ट्वीट किया, किसी फोटो की बात की है, पता नहीं वो सही है कि गलत है, किसी किस्म का जो मैंने पहले भी कहा है फिर कह रहा हूं, उतना ही सच है इस बात का कि जो BMW का प्लांट था या जो गोल्डी बराड़ का मसला है, उस सारे मसले को देखते हुए इतना जरूर है कि 2 बार वहां से भगवंत मान जी MP रहे हैं संगरूर इलाके से, और खुद उनके बयान है, अभी कुछ दिन पहले मैं उनके बयान देख रहा था कि वहां पे नए वो कहते थे मेरी उन्होंने ट्वीट च लिखा, मेरी ड्यूटी खाल ते रात नूं पानी दी संभालने वास्ते होंदी सीगी। और वही भगवंत मान जी हैं जो कुछ दिन पहले के हटे हैं कि हम साडे संगरूर इलाके दे अंदर जेडे खाल सीगे या जेडी कस्सियां सीगियां सारियां खत्म हो गईयां, ते थोड़े वर्गे सीगे पानी लाने वाले भी, थोनू खाल ही रुल गए तुसी। हमारे अबोर इलाके की जब बात करता हूं साहब, अगर वहां पे जाके आप कोर्ट में केसेस फरोलेंगे तो 1-1 मिनट के लिए कत्ल हुए हैं, पानी की 1 मिनट बारी के लिए।
कत्ल हुए हैं परिवारों के अंदर। सबसे ज्यादा लिटिगेशन पानी को लेके है, जितनी लिटिगेशन वहां के आप रिकॉर्ड निकालेंगे पानी को लेके हुई है, क्योंकि पानी की लोग हम कदर समझते हैं। तो मेरा ये मानना है कि वहां पे उन्होंने पानी कैसे संभाला, क्योंकि रात का समय है साहब, रात को कहते हैं पंजाबी लोग या तो निंदरे दे मारे होंगे है या नशे दे मारे होंगे है, उत्थे दा तो मैनूं पता नहीं। पर सुप्रीम कोर्ट के अंदर नशे में, सत्ता के नशे में अहंकारी हुई सरकार ने पंजाब का जो पानी है, नक्का बन्या नहीं, नक्का नहीं, उन्होंने तो खप्पा ही खोलते, सारा पानी उधर जरा तोड़न की गल की है, ਉਹਦਾ जवाब भगवंत मान जी देन सकते। बड़े सुलझे हुए लीडर हो, ਤੁਹਾਨੂੰ पूरा मैटर पता है सर, इसका सलूशन की है, ਤੁਸੀਂ ਆਪਣੇ ਵੱਲੋਂ सलूशन ਦੱਸ ਦਿਓ, इसका सलूशन की है इस टाइम जिस स्थिति पे होना सी खड़े हैं। मैं साहब, मैं कोई ज्यादा समझदार किसी तो नाम है समझदार, मे बी आई एम द मोस्ट अनफिट मैन फॉर दिस पोलिटिकल पोजीशन, बट ਅਸੀਂ ਭੁਗਤ ਭੋਗੀ ਹਾਂ साहब, ਬੰਦਾ ਰਗੜੇ ਖਾ ਕੇ ਨਿਕਲਦਾ ਹੈ, ਪਾਣੀਆਂ ਦੀ ਸੱਟ ਅਸੀਂ ਝੇਲਦੇ ਹਾਂ साहब, ਸਾਨੂੰ ਪਤਾ ਪਾਣੀ ਦੀ ਕਦਰ ਕੀ ਹੈ। ਮੈਂ ਵਿਧਾਨ ਸਭਾ ਦੇ ਅੰਦਰ ਔਨ ਰਿਕਾਰਡ, ਚਾਹੇ ਸਾਡੀ ਸਰਕਾਰ ਰਹੀ, ਕੈਪਟਨ ਸਾਹਿਬ ਰਹੇ, ਚਾਹੇ ਬਾਦਲ ਸਾਹਿਬ ਰਹੇ, ਮੇਰੀ ਹਰੇਕ ਸੈਸ਼ਨ 'ਚ ਪਲੀ ਹੁੰਦੀ ਸੀ ਵੀ ਇੱਕ ਯੂਨਾਨੀਮਸ ਫੈਸਲਾ ਲਓ, ਇੱਥੇ ਸਾਰੀ ਪਾਰਟੀਆਂ, ਸਰਕਾਰ ਕਿਸੇ ਦੀ ਬਣੇ, ਜਿਹੜਾ ਇਰੀਗੇਸ਼ਨ ਮਿਨਿਸਟਰ ਪੰਜਾਬ ਦਾ ਹੋਊਗਾ ਉਹ ਮਾਲਵੇ ਇਲਾਕੇ ਦਾ ਸਾਡੇ ਵਾਲੇ ਪਾਸੇ ਦਾ ਹੋਵੇ, ਜਿਹਨੂੰ ਪਾਣੀ ਦੀ ਕਦਰ ਪਤਾ ਹੋਵੇ। ਤੁਸੀਂ ਇੱਥੋਂ ਦੁਆਬੇ ਚੋਂ ਜਾਂ ਮਾਝੇ ਚੋਂ ਕਿਸੇ ਨੂੰ ਭੇਜ ਦਿੰਦੇ, ਉਹਨਾਂ ਨੂੰ ਤਾਂ ਪਾਣੀ ਪਤਾ ਨਹੀਂ, ਉਹਨਾਂ ਦਿਨ ਪਹਿਲਾਂ ਤਾਂ ਠੋਕਰ ਮਾਰਦੇ ਹੇਠੋਂ ਪਾਣੀ ਨਿਕਲ ਆਉਂਦਾ ਸੀਗਾ। ਅਸੀਂ ਪਹਿਲੇ ਦਿਨੋਂ ਅਸੀਂ ਰੇਗਿਸਤਾਨ ਚੋਂ ਬਾਗ ਲਾਏ ਸਾਹਿਬ, ਅਸੀਂ ਰੇਤੇ ਦੇ ਟਿੱਬਿਆਂ ਦੇ ਉੱਤੇ ਬਾਗ ਲਾਏ ਆ, ਉੱਥੇ ਆਪਣੇ ਖੂਨ ਪਸੀਨੇ ਨਾਲ ਉਸ ਇਲਾਕੇ ਦੇ ਲੋਕਾਂ ਨੂੰ ਦਾਤ ਦੇਣੀ ਚਾਹੀਦੀ ਹੈ। ਇਸ ਕਰਕੇ ਮੈਂ ਕਹਿ ਰਿਹਾ ਵੀ ਆਹ ਡਿਬੇਟ ਉੱਥੇ ਫੱਬਦੀ ਹੈ, ਨਹੀਂ ਤਾਂ ਐਗਰੀਕਲਚਰ ਯੂਨੀਵਰਸਿਟੀ 'ਚ ਚੱਲ ਕੇ ਕਰੀਏ ਸਾਹਿਬ ਹੱਲ। ਮੈਂ ਤੁਹਾਨੂੰ ਦੱਸਿਆ ਸਾਹਿਬ, ਪਾਣੀ ਹੈ, ਅਗਰ ਉੱਥੋਂ ਯਮਨਾ ਤੋਂ ਲੈ ਕੇ ਅੱਜ ਵੀ ਫਿਰ ਡਿਬੇਟ ਦੇ ਇਸ਼ੂਜ਼ ਆ ਜਾਂਦੇ, ਅੱਜ ਵੀ ਹਰਿਆਣੇ ਕੋਲ 0.04% ਪਾਣੀ ਆਪਣੇ ਤੋਂ ਫਾਲਤੂ ਹੈ। ਅਗਰ ਟੋਟਲ ਕੁਆਂਟਮ ਆਫ ਵਾਟਰ ਲਿਆ ਜਾਵੇ, ਜਿਹੜਾ ਉਹਨਾਂ ਕੋਲ ਘੱਗਰ ਚੋਂ ਵੀ ਆਦਾ ਹੈ, ਉੱਥੋਂ ਜਿਹੜਾ ਉੱਤੋਂ ਲੈ ਕੇ ਆਈ ਜਾਂਦੇ ਪਾਣੀ ਯਮਨਾ ਦੇ ਇਲਾਵਾ, ਜਿਹੜਾ ਇਹਨਾਂ ਕੋਲ ਟੋਟਲ ਪਾਣੀ ਆ ਜਾਂਦਾ, ਉਹਦਾ ਟੋਟਲ ਮਿਕਦਾਰ ਹੈ ਸਾਡੇ ਤੋਂ ਜ਼ਿਆਦਾ ਹੈ, ਵੇਅਰਐਜ਼ ਉਹਨਾਂ ਕੋਲ 40% ਹੋਣਾ ਚਾਹੀਦਾ ਸੀਗਾ। ਸੋ ਇਹਨਾਂ ਨੇ ਸਾਡਾ ਪੱਖ ਜਿਹੜਾ ਕਮਜ਼ੋਰ ਕੀਤਾ ਹੈ। ਪਰ ਉਹ ਆંકੜੇ ਪਤਾ ਨਹੀਂ, ਭਗਵਾਨ ਮਾਨ ਜੀ ਕਹਿੰਦੇ ਮੈਂ ਬਿਨਾਂ ਕੋਈ ਰਿਕਾਰਡ ਦੇ ਦੱਸ ਦੂੰਗਾ, ਮੈਂ ਤਾਂ ਨਹੀਂ ਕਹਿੰਦਾ ਸਾਹਿਬ, ਉਹਨਾਂ ਨੂੰ ਪਤਾ ਨਹੀਂ, ਇੰਡਸ ਟ੍ਰੀਟੀ ਦਾ ਵੀ ਪਤਾ ਵੀ ਕਿਉਂ ਬਣੀ ਸੀ ਜਾਂ ਨਹੀਂ ਬਣੀ ਸੀ, ਉਹ ਤਾਂ ਚਲੋ ਸਾਰੇ ਪੜ੍ਹੇ ਲਿਖੇ ਲੋਕ ਦੱਸ ਦੇਣਗੇ। ਪਰ ਅੱਜ ਕੱਲ੍ਹ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਅਫਸਰਸ਼ਾਹੀ ਇਹਨਾਂ ਦੇ ਮਗਰ ਪਈ ਹੈ, ਕਿ ਉੱਥੇ ਵੀ ਇਹਨਾਂ ਦਾ ਜਲੂਸ ਨਾ ਕਢਾ ਦੇਵੇ ਡਿਬੇਟ 'ਚ, ਪਹਿਲਾਂ ਤਿਆਰੀ ਕਰਕੇ ਆਣ ਤਾਂ ਬਿਹਤਰ ਹੋਊਗਾ। मैंने नाम नहीं लिया जी किसी का, सॉरी, मैं मकान की बात कर रहा हूँ। मकान चाहे शीश महल हो, चाहे किसी MP का हो, ये जवाब दें किसका आज मकान खतरे में है। देखिए, इन बातों पे अब केजरीवाल साहब जब इनको सरकारी मेहमान बनाते हैं तब इनको प्रॉब्लम हो जाती है, जब इनका मकान छीनते तब प्रॉब्लम हो जाती है। अब इसका क्या क्या जवाब देंगे, मैं इनका क्या जवाब दूं साहब? थैंक यू। मौका तो बाद में देंगे साहब, पहले जवाब दें। कल मुख्यमंत्री मध्य प्रदेश गए, कल पहुंचे वहां पे, मैं इसलिए कह रहा हूं, कल वो उनका जो जेट है 10 लाख रुपए घंटे पे जिसको लीज करते हैं, वो कानपुर उतरा। माइंड यू साहब, मैं इसलिए नहीं कहना चाहता था बिकॉज मैंने वहां से रिपोर्ट मांगी है यूपी गवर्नमेंट से, वहां पे कौन सी ऑफिशियल मीटिंग थी, क्योंकि सरकारी प्लेन का इस्तेमाल चीफ मिनिस्टर या मिनिस्टर किसी ऑफिशियल मीटिंग के लिए कर सकते हैं। मेरा सवाल भगवंत मान जी से ये है कि जब वो वहां पे हैं मध्य प्रदेश में, वहीं बता दे कानपुर के अंदर या यूपी के अंदर उनकी कौन सी ऑफिशियल मीटिंग थी कि उनको वहां पे उतरना पड़ा। ये जो खर्चा है हम इलेक्शन कमीशन में भी जाएंगे ताकि ये इनके अकाउंट पे इनसे यहां से पर्सनल तौर से लिया जाए। लोगों को बेवकूफ बनाने का काम कर रहे हैं, ध्यान वही बात फिर वही आ जाती है। इट्स ऑल बेसिकली एन एक्सरसाइज ऑफ डिस्ट्रैक्शन एंड डिसेप्शन। थैंक यू सर। SM Record. Contact for audio video of singer releasing your audio video song. Contact SM Record
मोबाइल 94 642 80 839 94 642 80 839। Shiv Mahima Films and Productions, music videos, ad films, modeling, photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films, mobile 98551 71082.